ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਪ੍ਰਭੂ ਨੇ ਅੱਜ ਦੇ ਦਿਨ ਦੇ ਵਿੱਚ ਫਿਰ ਸਾਨੂੰ ਬੁਲਾਹਟ ਦੇ ਇਸ 477ਵੇਂ ਚਰਨ ਦੇ ਵਿੱਚ ਲੈ ਕੇ ਆਂਦਾ ਹੈ। ਅਸੀਂ ਪ੍ਰਭੂ ਦੇ ਵਚਨ ਸਿੱਖਣ ਤੋਂ ਪਹਿਲਾਂ ਪ੍ਰਾਰਥਨਾ ਕਰਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਹੈ। ਅੱਜ ਦੇ ਇਸ ਵਚਨ ਨੂੰ ਸਿੱਖਣ ਦੇ ਲਈ, ਇਸ ਦੇ ਅਨੁਸਾਰ ਜੀਵਨ ਬਤੀਤ ਕਰਨ ਦੇ ਲਈ ਸਾਡੀ ਮਦਦ ਕਰ, ਤਾਂ ਕਿ ਤੇਰਾ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋਵੇ ਔਰ ਤੇਰੇ ਹੀ ਨਾਮ ਨੂੰ ਮਹਿਮਾ ਅਤੇ ਵਡਿਆਈ ਮਿਲੇ। ਅਜਿਹਾ ਹੋਣ ਦੇ ਲਈ ਮਦਦ ਕਰ। ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ, ਆਮੇਨ। ਅਸੀਂ ਅੱਜ ਉਪਦੇਸ਼ਕ ਦੇ ਦੂਸਰੇ ਪਾਠ ਦੇ ਵਿੱਚ, ਪਹਿਲੇ ਵਿੱਚ ਅਸੀਂ ਸਿੱਖ ਚੁੱਕੇ ਹਾਂ ਕਿ ਉਪਦੇਸ਼ਕ ਜਿਹੜਾ ਹੈ ਸਾਡੇ ਵਿੱਚ, ਉਸ ਦੇ ਜੀਵਨ ਦੇ ਵਿੱਚ ਕੀ ਹੈ, ਕਲੀਸਿਆ ਦਾ ਨਿਰਮਾਣ ਅਤੇ ਪਰਮੇਸ਼ਰ ਦੇ ਵਚਨ ਨੂੰ ਸਪਸ਼ਟ ਦੱਸਣਾ ਅਤੇ ਉਸ ਦੀ ਵਿਆਖਿਆ ਕਲੀਅਰ ਹੋਣੀ ਚਾਹੀਦੀ ਹੈ, ਤਾਂ ਕਿ ਦੇਹ ਜਿਹੜੀ ਜਿਸ ਦੇ ਵਿੱਚ ਉਹ ਸੱਜਿਆ ਗਿਆ ਉਸਰਦੀ ਜਾਵੇ। ਬਾਈਬਲ ਦੀ ਸਿੱਖਿਆ ਦਾ ਮੁੱਢਲਾ ਮਕਸਦ ਪਰਮੇਸ਼ਰ ਦੇ ਲੋਕਾਂ ਦੇ ਵਿੱਚ ਸੱਚਾਈ ਨੂੰ ਉન્નਤ ਅਤੇ ਸੁਰੱਖਿਅਤ ਕਰਨਾ ਅਤੇ ਪਵਿੱਤਰਤਾ ਨੂੰ ਉਤਪੰਨ ਕਰਨਾ, ਮਤਲਬ ਕਿ ਉਹਨੂੰ ਪੈਦਾ ਕਰਨਾ ਹੈ। ਇਹ ਮੁੱਢਲਾ ਸਿਧਾਂਤ ਜਿਹੜਾ ਹੈ ਉਪਦੇਸ਼ਕ ਦੇ ਜੀਵਨ ਦੇ ਵਿੱਚ ਦੱਸਿਆ ਗਿਆ ਹੈ, ਜਿਸ ਦੇ ਨਾਲ ਸਾਡੇ ਜੀਵਨ ਦੇ ਵਿੱਚ ਸੱਚਾਈ ਅਤੇ ਸਾਡੇ ਆਤਮਿਕ ਜੀਵਨ ਨੂੰ ਸੁਰੱਖਿਅਤ ਲੈ ਕੇ ਅੱਗੇ ਚੱਲਣਾ ਹੈ। ਔਰ ਇਸ ਆਤਮਿਕ ਸੁਰੱਖਿਆ ਦੇ ਲਈ ਪਰਮੇਸ਼ਰ ਦਾ ਜੋ ਸੰਦੇਸ਼ ਉਪਦੇਸ਼ਕ ਨੂੰ ਦਿੱਤਾ ਜਾਂਦਾ ਹੈ, ਉਸ ਦੇ ਪ੍ਰਤੀ ਉਸ ਨੂੰ ਗੰਭੀਰ ਹੋਣ ਦੀ ਲੋੜ ਹੈ ਅਤੇ ਇਸ ਸੱਚਾਈ ਦੇ ਵਿੱਚ ਪਵਿੱਤਰਤਾ ਨੂੰ ਅਤੇ ਆਤਮਿਕਤਾ ਨੂੰ ਅਤੇ ਧਾਰਮਿਕਤਾ ਨੂੰ ਸਾਡੇ ਜੀਵਨ ਦੇ ਵਿੱਚ ਫੂਕਣਾ ਅਤੇ ਉਸ ਦੇ ਵਿੱਚ ਸਾਨੂੰ ਪਰਮੇਸ਼ਰ ਦੇ ਪ੍ਰਤੀ ਇੱਕ ਅਜਿਹੇ ਵਿਸ਼ਵਾਸੀ ਬਣਾ ਕੇ, ਇੱਕ ਅਜਿਹੇ ਪਾਤਰ ਬਣਾ ਕੇ ਉਸ ਵੱਲ ਲੈ ਕੇ ਜਾਣਾ ਹੈ, ਜਿਸ ਵਿੱਚ ਪਰਮੇਸ਼ਰ ਦੀ ਪ੍ਰਸੰਨਤਾ ਸਾਡੇ ਜੀਵਨ ਦੇ ਵਿੱਚ ਨਜ਼ਰ ਆਵੇ। ਔਰ ਇਹਦੇ ਵਿੱਚ ਹੈ ਨੈਤਿਕ ਸ਼ੁੱਧਤਾ, ਆਤਮਿਕ ਪੂਰਨਤਾ ਅਤੇ ਬੁਰਾਈ ਤੋਂ ਅਲੱਗ ਰਹਿਣਾ ਅਤੇ ਸੰਸਾਰ ਦੀਆਂ ਗੱਲਾਂ ਤੋਂ ਅਲੱਗ ਜੀਵਨ ਬਤੀਤ ਕਰਨਾ ਹੈ। ਇਹ ਉਪਦੇਸ਼ ਪਰਮੇਸ਼ਰ ਦੇ ਉਹ ਸੰਦੇਸ਼ ਹੈ ਜੋ ਸਵਰਗ ਤੋਂ ਮੇਰੇ ਜੀਵਨ ਦੇ ਵਿੱਚ ਮੇਰੀ ਉન્નਤੀ ਦੇ ਲਈ ਅਤੇ ਪਵਿੱਤਰਤਾ ਦੇ ਵਿੱਚ ਬਣੇ ਰਹਿਣ ਦੇ ਲਈ ਉਪਦੇਸ਼ਕ ਵਜੋਂ ਸਾਨੂੰ ਦਿੱਤਾ ਜਾਂਦਾ ਹੈ। ਔਰ ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਦੇ ਲਈ ਉਸ ਵਿੱਚ ਸਮਰਪਣ ਵੀ ਹੋਣਾ ਚਾਹੀਦਾ ਹੈ। ਜੇ ਉਸ ਵਿੱਚ ਸਮਰਪਣ ਨਹੀਂ ਪਿਆਰੋ, ਤਾਂ ਉਹ ਉਪਦੇਸ਼ ਮੇਰੇ ਸਾਹਮਣੇ ਪ੍ਰਗਟ ਹੋ ਜਾਏਗਾ। ਕਈ ਲੋਕ, ਮੈਂ ਪਿਛਲੇ ਕੱਲ ਵੀ ਦੱਸ ਚੁੱਕਾ ਹਾਂ, ਪ੍ਰਚਾਰਕ ਦੇ ਉਹ ਸਵੇਰੇ ਉੱਠਦੇ ਆ, ਬਹਿ ਜਾਂਦੇ ਆ, ਬਚਨ ਕਰਕੇ ਇੱਦਾਂ ਆ ਜਾਂਦੇ ਆ। ਉਹਦੇ ਲਈ ਤਿਆਰੀ ਨਾਲ ਪਰਮੇਸ਼ਵਰ ਦੇ ਅੱਗੇ ਬੈਠਣਾ ਪੈਂਦਾ ਹੈ। ਪਰਮੇਸ਼ਵਰ ਤੇਰਾ ਪ੍ਰਕਾਸ਼ਨ ਕੀ ਹੈ ਮੇਰੇ ਲਈ, ਪਹਿਲਾਂ ਆਪਣੇ ਉੱਤੇ ਲੈਣਾ ਹੈ, ਆਪਣੇ ਉੱਤੇ ਲੈ ਕੇ ਚੱਲਣਾ ਹੈ। ਫਿਰ ਉਸ ਤੋਂ ਬਾਅਦ ਜਿਸ ਉਦੇਸ਼ ਦੇ ਲਈ ਪਰਮੇਸ਼ਰ ਨੇ ਮੈਨੂੰ ਕਲੀਸਿਆ ਵਿੱਚ ਲੈ ਕੇ ਗਿਆ, ਉਸ ਦੇ ਲਈ ਉਸ ਨੂੰ ਪ੍ਰਗਟ ਕਰਨਾ ਹੈ। ਪਰਮੇਸ਼ਰ ਦੇ ਵਚਨ ਵਿੱਚ ਵਰਣਨ ਅਤੇ ਵਿਖਾਈ ਗਈ ਗੱਲ ਅਗਰ ਸਾਡੇ ਵਿੱਚ ਨਹੀਂ ਹੈ, ਜੋ ਵਿਖਾਈ ਗਈ ਕਿ ਆਹ ਗੱਲ ਜਿਹੜੀ ਹੈ ਕਲੀਸਿਆ ਦੀ ਉન્નਤੀ ਦੇ ਲਈ ਹੈ, ਆਹ ਜਿਹੜੀ ਬੁਰਾਈ ਕਲੀਸਿਆ ਵਿੱਚ ਇਸ ਨੂੰ ਕੱਢਣ ਦੇ ਲਈ ਹੈ, ਜੇ ਉਸ ਦਾ ਪ੍ਰਚਾਰ, ਉਸ ਦਾ ਉਪਦੇਸ਼ ਉਹ ਨਹੀਂ ਦਿੰਦਾ, ਬਲਕਿ ਉਹ ਸਰੀਰਿਕ ਗੱਲਾਂ ਦਾ ਸਮਝੌਤਾ ਕਰ ਲੈਂਦਾ ਹੈ ਅਤੇ ਉਹਨਾਂ ਲੋਕਾਂ ਨੂੰ ਉਸ ਵਿੱਚ ਲੈ ਕੇ ਚੱਲਦਾ ਹੈ, ਤਾਂ ਪਿਆਰੋ, ਤੁਹਾਡੇ ਜੀਵਨ ਦਾ ਬੁਲਾਹਟ ਦਾ ਕਾਰਜ ਕਲੀਸਿਆ ਦੇ ਵਿੱਚ ਸਾਫ਼ ਰੀਤੀ ਨਾਲ ਪ੍ਰਗਟ ਹੋ ਜਾਏਗਾ ਔਰ ਕਲੀਸਿਆ ਤੁਹਾਡੇ ਪ੍ਰਚਾਰ ਨੂੰ ਰੱਦ ਕਰ ਦੇਗੀ, ਕਿਉਂਕਿ ਪਰਮੇਸ਼ਰ ਦਾ ਆਤਮਾ ਦੋਨੋਂ ਪਾਸੇ ਕਿਰਿਆਸ਼ੀਲ ਹੁੰਦਾ ਹੈ, ਵਿਸ਼ਵਾਸੀ ਦੇ ਵਿੱਚ ਵੀ ਔਰ ਉਪਦੇਸ਼ਕ ਦੇ ਵਿੱਚ। ਤਦ ਅਸੀਂ ਪਰਮੇਸ਼ਰ ਦੀ ਸੱਚਾਈ ਨੂੰ ਸਮਝ ਲੈਂਦੇ ਹਾਂ, ਕਿਉਂਕਿ ਇਹ ਭੂਮੀ ਤਿਆਰ ਹੈ, ਤਿਆਰ ਕੀਤੀ ਗਈ। ਕਾਹਦੇ ਲਈ? ਬੀਜ ਦੇ ਲਈ। ਜੇ ਉਪਦੇਸ਼ਕ ਦਾ ਬੀਜ ਹੀ ਸਹੀ ਨਹੀਂ ਹੈ ਤਾਂ ਭੂਮੀ ਉਸ ਨੂੰ ਸਵੀਕਾਰ ਨਹੀਂ ਕਰੇਗੀ, ਉਸ ਦੇ ਵਿੱਚ ਗਲਤ ਗੱਲਾਂ
ਸਾਡੇ ਜੀਵਨ ਦੇ ਵਿੱਚ ਆ ਜਾਣਗੀਆਂ। ਮੈਂ ਇਸ ਗੱਲ ਦੇ ਲਈ ਪੌਲਸ ਰਸੂਲ ਦਾ 1:5 ਪੜ੍ਹ ਰਿਹਾ ਹਾਂ। ਪਹਿਲਾ ਤਿਮੋਥੀਅਸ 1:5 ਇੱਥੇ ਲਿਖਿਆ ਹੈ, ਪਰ ਆਗਿਆ ਦਾ ਤਤਪਰਜ ਉਹ ਪ੍ਰੇਮ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਅੰਤःਕਰਨ ਅਤੇ ਨਿਸ਼ਕਪਟ ਨੇਚਾ ਤੋਂ ਹੁੰਦਾ ਹੈ। ਇਹਦਾ ਮਤਲਬ ਉਹਦੇ ਲਈ, ਮੇਰੇ ਲਈ ਸਭ ਕੁਝ ਸਾਫ਼ ਹੋਣਾ ਚਾਹੀਦਾ। ਉਹ ਸਾਫ਼ ਨਹੀਂ ਤਾਂ ਮੇਰੇ ਉਸ ਉਪਦੇਸ਼ ਦਾ ਕੋਈ ਅਰਥ ਨਹੀਂ। ਇਸ ਦਾ ਅਰਥ ਹੈ ਕਿ ਅਸਲੀ ਮਸੀਹੀ ਸਿੱਖਿਆ ਦਾ ਸਬੂਤ ਸਿਰਫ ਉਹ ਨਹੀਂ ਜੋ ਇੱਕ ਵਿਸ਼ਵਾਸੀ ਜਾਣਦਾ ਹੈ, ਪਰ ਕਿਵੇਂ ਉਹ ਜੀਵਨ ਬਿਤਾਉਂਦਾ ਹੈ ਉਸ ਵਿੱਚ ਹੈ। ਇਸ ਦੇ ਲਈ ਮੈਂ ਆਪ ਦੇ ਲਈ ਵਚਨ ਪੜ੍ਹਦਾ ਹਾਂ, ਐਜ਼ਰਾ ਨਬੀ ਦੀ ਪੁਸਤਕ, ਉਸ ਦਾ 7 ਅਧਿਆਇ, ਉਸ ਦੀ 25 ਆਇਤ ਦੇ ਵਿੱਚ ਐਜ਼ਰਾ ਨਬੀ ਦੇ ਜੀਵਨ ਦੇ ਬਾਰੇ ਐਜ਼ਰਾ ਕੀ ਕਹਿ ਰਿਹਾ ਹੈ ਉਹ ਮੈਂ ਆਪ ਦੇ ਲਈ ਪੜ੍ਹ ਰਿਹਾ। ਇੱਥੇ ਲਿਖਿਆ 7:10 ਇੱਥੇ ਲਿਖਿਆ, ਕਿਉਂਕਿ ਐਜ਼ਰਾ ਨੇ ਯਹੋਵਾ ਦੀ ਸ਼ਰ੍ਹਾ ਦਾ ਅਰਥ ਬੁੱਝ ਲੈਣ ਅਤੇ ਉਸ ਉੱਤੇ ਚੱਲਣ ਅਤੇ ਇਸਰਾਏਲ ਨੂੰ ਵਿਧੀਆਂ ਅਤੇ ਨਿਯਮ ਸਿਖਾਉਣ ਦੇ ਉੱਤੇ ਆਪਣਾ ਮਨ ਲਾਇਆ। ਪਹਿਲਾਂ ਉਹਨੇ ਆਪਣੇ ਜੀਵਨ ਦੇ ਵਿੱਚ ਅਪਲਾਈ ਕੀਤਾ। ਕਿਹਦੀ ਵਿਵਸਥਾ? ਸ਼ਰ੍ਹਾ ਮੈਨੂੰ ਕੀ ਕਹਿ ਰਹੀ ਹੈ, ਮੇਰੇ ਆਤਮਿਕ ਉન્નਤੀ ਦੇ ਲਈ ਕੀ ਸੰਦੇਸ਼ ਦੇ ਰਹੀ ਹੈ, ਮੈਨੂੰ ਪਵਿੱਤਰ ਹੋਣ ਦੇ ਲਈ ਕੀ ਕਹਿ ਰਹੀ ਹੈ, ਮੈਨੂੰ ਪਰਮੇਸ਼ਵਰ ਦੇ ਵਿੱਚ ਚੱਲਣ ਦੇ ਲਈ ਕੀ ਕਹਿ ਰਹੀ ਹੈ। ਇਹਦਾ ਮਤਲਬ ਐਜ਼ਰਾ ਪਹਿਲਾਂ ਆਪਣੇ ਉੱਤੇ ਅਪਲਾਈ ਕਰਦਾ ਹੈ, ਫਿਰ ਜੋ ਪਰਜਾ ਹੈ ਜਿਹੜੀ ਉਸ ਦੇ ਸਾਹਮਣੇ ਰੱਖੀ ਗਈ ਹੈ ਉਸ ਦੇ ਅੱਗੇ ਉਸ ਦਾ ਪ੍ਰਕਾਸ਼ ਕਰਦਾ ਅਤੇ ਉਹਨਾਂ ਦੇ ਮਨਾਂ ਨੂੰ ਇਸ ਵਚਨ ਦੇ ਨਾਲ ਪੂਰਨ ਰੀਤੀ ਨਾਲ ਸਥਿਰ ਕਰਨ ਦੇ ਲਈ ਉਹ ਤਿਆਰ ਹੁੰਦਾ ਹੈ। ਇਹਦਾ ਮਤਲਬ ਮੇਰੇ ਜੀਵਨ ਦੇ ਵਿੱਚ ਇਹ ਸਾਫ਼ ਗੱਲ ਹੋਣੀ ਚਾਹੀਦੀ ਹੈ। ਜੇ ਇਹ ਨਹੀਂ ਹੈ ਤਾਂ ਮੈਂ ਇਸ ਕੰਮ ਨੂੰ ਨਹੀਂ ਕਰ ਸਕਦਾ। ਨੰਬਰ 3 ਦੇ ਵਿੱਚ ਉਪਦੇਸ਼ਕ ਪਰਮੇਸ਼ਵਰ ਦੀ ਆਪਣੀ ਕਲੀਸਿਆ ਦੇ ਮਕਸਦ ਵਾਸਤੇ ਜ਼ਰੂਰੀ ਹੈ। ਕਲੀਸਿਆ ਦਾ ਕਈ ਮਕਸਦ ਹੈ। ਕਲੀਸਿਆ ਦੇ ਵਿੱਚ ਮਕਸਦ ਇੱਕੋ ਹੈ ਕਿ ਅਸੀਂ ਸਵਰਗ ਦੇ ਵਿੱਚ ਜਾਣਾ ਹੈ। ਕਲੀਸਿਆ ਦੇ ਵਿੱਚ ਮਕਸਦ ਹੈ ਸਿਰਫ ਅਸੀਂ ਆਪਣੇ ਪਰਮੇਸ਼ਵਰ ਦੇ ਪਿਆਰ ਵਿੱਚ ਵਧਣਾ ਹੈ। ਕਲੀਸਿਆ ਦਾ ਮਕਸਦ ਹੈ ਪਰਮੇਸ਼ਵਰ ਨੇ ਜੋ ਸੱਚਾਈ ਦੇ ਨਿਯਮ ਸਾਨੂੰ ਦਿੱਤੇ ਆ ਉਸ ਦੇ ਉੱਤੇ ਚੱਲਣਾ ਹੈ। ਇਹ ਉਪਦੇਸ਼ਕ ਦੇ ਉਪਦੇਸ਼ ਦੇ ਵਿੱਚ ਹੋਣਾ ਜ਼ਰੂਰੀ ਹੈ। ਜੇਕਰ ਕਲੀਸਿਆ ਜਿਹੜੇ ਉਪਦੇਸ਼ਕ ਪਰਮੇਸ਼ਵਰ ਦੇ ਵਚਨ ਵਿੱਚ ਵਫਾਦਾਰ ਬਣੇ ਰਹਿੰਦੇ ਹਨ, ਉਹਨਾਂ ਦੀ ਸਿੱਖਿਆ ਤੱਕ ਵਿਸ਼ਵਾਸੀਆਂ ਨੂੰ ਪਹੁੰਚਾ ਦੇਣ ਵਿੱਚ ਅਸਫਲ ਹੁੰਦੇ ਜਾਂ ਨਜ਼ਰ ਅੰਦਾਜ਼ ਕਰਦੇ ਆ, ਤਾਂ ਮਸੀਹੀ ਸੰਦੇਸ਼ ਦੀ ਸੱਚਾਈ ਅਤੇ ਅਸਥਿਰਤਾ ਅਤੇ ਇਖਤਿਆਰ ਆਪਣੀ ਚਿੰਤਾ ਨੂੰ ਉਹ ਗਵਾ ਦੇਣਗੇ। ਉਹਨਾਂ ਵਿੱਚ ਫਿਰ ਇਹ ਗੱਲਾਂ ਨਹੀਂ ਹੋਣਗੀਆਂ। ਮੈਂ ਦੇਖਿਆ ਹੈ ਕਈ ਵਿਸ਼ਵਾਸੀ ਜੋ ਵਚਨ ਨੂੰ ਗੰਭੀਰਤਾ ਨਾਲ ਨਹੀਂ ਸੁਣਦੇ ਤਾਂ ਉਹ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਉਪਦੇਸ਼ ਦੇ ਨਾਲ ਜੋ ਉਹਨਾਂ ਨੂੰ ਇਸ ਧਰਤੀ ਦੇ ਉੱਤੇ ਬਣੇ ਰਹਿਣ ਦੇ ਲਈ ਉਹਨਾਂ ਦੀ ਮਦਦ ਕਰਦੇ ਆ, ਤਾਂ ਉਹ ਆਪਣੇ ਉਸ ਚਰਿੱਤਰ ਨੂੰ ਇਸ ਧਰਤੀ ਦੇ ਉੱਤੇ ਮਲੀਨਤਾ ਦੇ ਨਾਲ ਗਵਾ ਲੈਂਦੇ ਆ। ਉਹਨਾਂ ਦਾ ਚਰਿੱਤਰ ਸਾਫ਼ ਰੀਤੀ ਨਾਲ ਨਸ਼ਟ ਹੋ ਜਾਂਦਾ ਹੈ। ਇਸ ਲਈ ਪਰਮੇਸ਼ਰ ਕਹਿੰਦਾ ਹੈ ਕਿ ਅਸੀਂ ਇਸ ਨਤੀਜੇ ਵਿੱਚ ਪਹੁੰਚਦੇ ਹਾਂ ਔਰ ਇਹ ਨਤੀਜਾ ਮੇਰੇ ਜੀਵਨ ਦੇ ਵਿੱਚ ਆਉਂਦਾ ਹੈ ਕਿ ਵਿਸ਼ਵਾਸੀ ਬਾਈਬਲ ਦੇ ਗਲਤ ਅਨੁਵਾਦ ਨੂੰ ਸਵੀਕਾਰ ਕਰਨਾ ਆਰੰਭ ਕਰ ਦਿੰਦੇ ਹੈ ਅਤੇ ਪਰਮੇਸ਼ਵਰ ਦੀ ਸੱਚਾਈ ਜਿਹੜੀ ਹੈ ਉਸ ਸੱਚਾਈ ਨੂੰ ਨਾ ਸੁਣਦੇ ਹੋਏ ਹੋਰਨਾਂ ਦੀ ਗੱਲ ਸੁਣਨੀ ਸ਼ੁਰੂ ਕਰ ਦਿੰਦੇ ਹੈ, ਜਿਸ ਦੇ ਨਾਲ ਉਹ ਆਪਣੇ ਜੀਵਨ ਦੇ ਅਸਲ ਮਕਸਦ ਤੋਂ ਭੱਟ ਜਾਂਦੇ ਆ। ਉਹ ਕੁਰਾਹੇ ਪੈ ਜਾਂਦੇ ਆ, ਉਹ ਧਾਰਮਿਕ ਅਨੁਭਵਾਂ ਦੇ ਵਿੱਚੋਂ ਦੂਰ ਹੋ ਜਾਂਦੇ ਆ, ਖਿਆਲੀ ਕਹਾਣੀਆਂ ਦੇ ਵਿੱਚ ਮਨ ਲਾਉਂਦੇ ਆ ਅਤੇ ਰੋਗ ਦੀ ਇੱਛਾ ਵਿੱਚ ਵਿਕਸਿਤ ਹੋਣੇ ਸ਼ੁਰੂ ਹੋ ਜਾਂਦੇ ਆ, ਜਿਨ੍ਹਾਂ ਦੇ ਲਈ ਪੌਲਸ ਤਿਮੋਥੀਅਸ ਦੇ ਵਿੱਚ ਤਿਮੋਥੀਅਸ ਨੂੰ ਗੱਲ ਦੱਸ ਰਿਹਾ। ਕੀ ਕਹਿ ਰਿਹਾ ਹੈ? 1:19 ਮੈਂ ਪੜ੍ਹ ਰਿਹਾ, ਅਤੇ ਨੇਚਾ ਅਤੇ ਸ਼ੁੱਧਤਾ ਅਤੇ ਅੰਤःਕਰਨ ਨੂੰ ਤਗੜਿਆ ਰੱਖੀ, ਜਿਹਨੂੰ ਕਈਆਂ ਨੇ ਛੱਡ ਕੇ ਨੇਚਾ ਦੀ ਬੇੜੀ ਡੋਬ ਦਿੱਤੀ। ਔਰ ਉਹਨਾਂ ਵਿੱਚੋਂ ਕੀ ਦੱਸ ਰਿਹਾ? ਉਹਨਾਂ ਵਿੱਚੋਂ, ਉਹਨਾਂ ਦੇ ਨਾਂ ਵੀ ਦੱਸ ਰਿਹਾ ਹੈ, ਉਹਨਾਂ ਵਿੱਚੋਂ
ਹਿਊਮਨਸ ਅਤੇ ਸਿਕੰਦਰ ਹਨ, ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਗੋਚਰੇ ਕਰ ਦਿੱਤਾ, ਭਾਈ ਤਾੜਨਾ ਪਾ ਕੇ ਉਹ ਕੁਫਰ ਦੀਆਂ ਗੱਲਾਂ ਜਾਂ ਗਲਤ ਸਿੱਖਿਆ ਦੇ ਵਿੱਚ ਨਾ ਜਾਣ। ਪਿਆਰੋ, ਇਹ ਉਪਦੇਸ਼ਕ ਦਾ ਜਿਹੜਾ ਜੀਵਨ ਹੈ ਬੜਾ ਗੰਭੀਰ ਜੀਵਨ ਹੈ, ਅਤੇ ਇਸ ਜੀਵਨ ਦੇ ਵਿੱਚ ਜੇ ਮੇਰੀ ਬੁਲਾਹਟ ਕਲੀਸਿਆ ਦੀ ਉન્નਤੀ ਦੇ ਲਈ ਹੈ ਤਾਂ ਉਸ ਦੇ ਵਿੱਚ ਲੱਗੇ ਰਹਿਣਾ ਹੈ। ਪਰ ਧਰਮੀ ਉਪਦੇਸ਼ਕ ਜਿਹੜੇ ਉਹਨਾਂ ਨੂੰ ਵਿਸ਼ਵਾਸ ਅਤੇ ਵਿਵਹਾਰਾਂ, ਮੇਰਾ ਖੁਦ ਦਾ ਵਿਵਹਾਰ ਅਤੇ ਜੀਵਨ ਸ਼ੈਲੀਆਂ ਨੂੰ ਪਰਮੇਸ਼ਰ ਦੇ ਲਿਖਤੀ ਵਚਨ ਦੀ ਸੱਚਾਈ ਦੇ ਆਧਾਰ ਤੇ ਰੱਖਦੇ ਹਨ, ਆਤਮਾ ਦੁਆਰਾ ਅਗਵਾਈ ਕੀਤੇ ਜਾਣਗੇ। ਉਹਨਾਂ ਦੀ ਅਗਵਾਈ ਆਤਮਾ ਰਾਹੀਂ ਹੋਵੇਗੀ ਔਰ ਕਲੀਸਿਆ ਨੂੰ ਪਤਾ ਲੱਗੇਗਾ ਹਾਂ ਇਹ ਆਤਮਿਕ ਹੈ। ਕਲੀਸਿਆ ਜਿਹੜੀ ਧਰਮੀ ਉਪਦੇਸ਼ਕਾਂ ਦੀ ਸੁਣਦੀ ਹੈ, ਅਜਿਹੇ ਵਿਵਹਾਰਾਂ ਅਤੇ ਵਿਵਹਾਰਾਂ ਨੂੰ ਸਾਹਮਣੇ ਲਿਆਉਣਗੇ ਅਤੇ ਰੱਦ ਕਰੇਗੀ ਜਿਹੜੇ ਕਿ ਮਸੀਹ ਦੇ ਮੂਲ ਸੰਦੇਸ਼ ਦੀ ਸ਼ੁੱਧਤਾ ਦੇ ਨਾਲ ਸਮਝੌਤਾ ਨਹੀਂ ਕਰਦੇ, ਅਸ਼ੁੱਧਤਾ ਦੇ ਨਾਲ ਸਮਝੌਤਾ ਕਰਦੇ, ਅਜਿਹਾ ਨੂੰ ਉਹ ਰੱਦ ਕਰਦੇ। ਇਸ ਲਈ ਅੰਤਿਮ ਗੱਲ ਮੈਂ ਆਪ ਨੂੰ ਦੱਸ ਰਿਹਾ ਹਾਂ, ਪਰਮੇਸ਼ਵਰ ਦਾ ਵਚਨ ਸਾਰੀ ਸਿੱਖਿਆ ਦੀ ਪਰਖ ਬਣਦਾ ਹੈ ਮੇਰੇ ਜੀਵਨ ਦੇ ਵਿੱਚ ਜਦੋਂ ਉਪਦੇਸ਼ ਦਿੱਤਾ ਜਾਂਦਾ ਹੈ, ਅਤੇ ਕਲੀਸਿਆ ਨੂੰ ਨਿਰੰਤਰ ਯਾਦ ਕਰਵਾਇਆ ਜਾਂਦਾ ਹੈ। ਇਹ ਹਮੇਸ਼ਾ ਜੋ ਗੱਲਾਂ ਹੈ, ਕਈ ਬੰਦੇ ਕਹਿੰਦੇ ਆ ਜੀ ਆਹ ਪ੍ਰਚਾਰ ਨਾ ਕਰਿਆ ਕਰੋ। ਤੁਸੀਂ ਹੁਣ ਕਈਆਂ ਨੇ ਮੈਨੂੰ ਕਿਹਾ ਕਿ ਤੁਸੀਂ ਲਗਾਤਾਰ ਬੁਲਾਹਟ ਤੇ ਗੱਲ ਕਰ ਰਹੇ ਹੋ, 7 ਮੈਸੇਜ ਤੁਸੀਂ ਬੁਲਾਹਟ ਤੇ ਪਾਤੇ। ਬੁਲਾਹਟ ਦੀ ਜੋ ਗੱਲ ਪਰਮੇਸ਼ਰ ਮੈਨੂੰ ਕਹਿ ਰਿਹਾ ਹੈ ਕਿ ਤੂੰ ਏਦਾਂ ਕਰ, ਮੇਰੇ ਮਨ ਦੇ ਵਿੱਚ ਕਿਉਂ ਆਇਆ? ਕਿਉਂਕਿ ਕਿਸੇ ਨੇ ਮੈਨੂੰ, ਮੈਂ ਕਿਸੇ ਘਰ ਦੇ ਵਿੱਚ ਗਿਆ, ਉਹਨਾਂ ਨੇ ਕਿਹਾ ਸਾਡਾ ਮੁੰਡਾ ਹੈਗਾ ਜੀ, ਇਹਨੂੰ ਵੀ ਤੁਸੀਂ ਸੇਵਾ ਦੇ ਵਿੱਚ ਰੱਖ ਲਓ। ਕਿਸੇ ਆਪਣਾ ਭੈਣ ਨੇ ਕਿਹਾ ਮੈਂ ਜੀ ਆਪਣਾ ਸੇਵਕ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰਨਾ ਚਾਹੁੰਦੇ। ਮੇਰੇ ਮਨ ਦੇ ਵਿੱਚ ਆਇਆ ਸੇਵਕਾਈ ਦਾ ਇਹਨਾਂ ਨੂੰ ਮਤਲਬ ਪਤਾ ਹੈ। ਜਿਹੜੇ ਲੋਕ ਕਹਿ ਰਹੇ ਆ ਕਿ ਏਦਾਂ ਕਰ ਲੈ ਏਦਾਂ ਕਰ ਲੈ, ਇਹ ਮੇਰਾ ਕੰਮ ਨਹੀਂ ਹੈ, ਪਰਮੇਸ਼ਰ ਦਾ ਕੰਮ ਹੈ। ਉਹ ਨਜ਼ਰ ਆਉਣਾ ਚਾਹੀਦਾ ਹੈ। ਜੇ ਨਜ਼ਰ ਨਹੀਂ ਆ ਰਿਹਾ ਤਾਂ ਇਹਦਾ ਮਤਲਬ ਗਲਤ ਹੈ। ਫਿਰ ਮੇਰੇ ਮਨ ਦੇ ਵਿੱਚ ਪ੍ਰਭੂ ਨੇ ਪਾਇਆ ਕਿ ਬੁਲਾਹਟ ਸ਼ਬਦ ਦੇ ਉੱਤੇ ਤੂੰ ਕਾਰਜ ਕਰਕੇ ਇਹਨਾਂ ਦੇ ਨਾਲ ਵਾਰਤਾਲਾਪ ਕਰ, ਤਾਂ ਕਿ ਲੋਕਾਂ ਨੂੰ, ਜਿਹੜੇ ਸਾਡੇ ਵਿਸ਼ਵਾਸੀ ਹੈ, ਉਹਨਾਂ ਨੂੰ ਸਹੀ ਮਾਇਨੇ ਦੇ ਵਿੱਚ ਪਤਾ ਲੱਗ ਜਾਏ ਬੁਲਾਹਟ। ਜੇ ਅਸੀਂ ਵਚਨ ਅਤੇ ਪ੍ਰਾਰਥਨਾ ਦੇ ਨਾਲ ਪ੍ਰਭੂ ਦੇ ਸਾਹਮਣੇ ਬੈਠਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਪਰਮੇਸ਼ਰ ਨੇ ਮੈਨੂੰ ਕਿਸ ਕਾਰਜ ਲਈ ਸੱਦਿਆ ਹੈ ਅਤੇ ਕਿਸ ਕਾਰਜ ਦੇ ਲਈ ਨਿਯੁਕਤ ਕੀਤਾ ਹੈ। ਜਦੋਂ ਮੈਂ ਉਸ ਦੇ ਅਨੁਸਾਰ ਚੱਲਦਾ ਹਾਂ ਤਾਂ ਉਸ ਨੂੰ ਕਲੀਸਿਆ ਵੀ ਸਮਝਦੀ ਹੈ, ਉਸ ਨੂੰ ਪ੍ਰਭੂ ਦੇ ਦਾਸ ਵੀ ਸਮਝਦੇ ਆ, ਉਸ ਨੂੰ ਕਲੀਸਿਆ ਦੇ ਐਲਡਰ ਵੀ ਸਮਝਦੇ ਆ, ਅਤੇ ਸਮਾਜ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਇਹ ਇਸ ਕੰਮ ਦੇ ਲਈ ਸੱਦਿਆ ਗਿਆ, ਔਰ ਕਲੀਸਿਆ ਉਹਨੂੰ ਉਸ ਕਾਰਜ ਦੇ ਲਈ ਵੱਖ ਕਰਦੀ ਹੈ, ਪ੍ਰਾਰਥਨਾ ਦੇ ਲਈ, ਅਤੇ ਉਹਨੂੰ ਸੈਂਡ ਕਰ ਦਿੰਦੀ ਹੈ। ਉਪਦੇਸ਼ਕ ਦੇ ਲਈ ਵੀ ਇਹੀ ਗੱਲ ਮੇਰੇ ਸਾਹਮਣੇ ਆਈ ਹੈ। ਅਤੇ ਆਤਮਾ ਦੀ ਪ੍ਰੇਰਣਾ ਦਾ ਵਚਨ ਵਿਸ਼ਵਾਸ ਅਤੇ ਜੀਵਨ ਦੇ ਲਈ ਸਰਵੋੱਚ ਅਤੇ ਅਤ ਸੱਚਾਈ ਦੀ ਇੱਕ ਅਖਤਿਆਰਤਾ ਕਿਸ ਦੇ ਵਿੱਚ ਪ੍ਰਗਟ ਹੁੰਦੀ ਹੈ? ਉਪਦੇਸ਼ਕ ਦੇ ਵਿੱਚ। ਅਤੇ ਉਹ ਅਖਤਿਆਰਤਾ ਮੇਰੇ ਜੀਵਨ ਵਿੱਚ ਆਉਂਦੀ ਹੈ ਜਿਹੜੀ ਮੈਨੂੰ ਪਰਮੇਸ਼ਰ ਦਾ ਇੱਕ ਸਿੱਧ ਅਤੇ ਕਾਬਲ ਮਨੁੱਖ ਬਣਾ ਦਿੰਦੀ ਹੈ। ਇਸ ਲਈ ਉਪਦੇਸ਼ਕ ਦੇ ਵਿੱਚ ਸਾਡੀ ਇਹ ਕੀ ਹੋਣੀ ਚਾਹੀਦੀ ਹੈ? ਬੁਲਾਹਟ ਦਾ ਕਾਰਜ ਹੋਣਾ ਚਾਹੀਦਾ ਹੈ। ਔਰ ਦੂਸਰੀ ਗੱਲ ਮੈਂ ਆਪ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ 12 ਆਇਤ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਸੇਵਕਾਈ ਦਾ ਕਾਰਜ ਦਿੱਤਾ ਗਿਆ ਹੈ। ਉਹ ਜਿਸ ਬੁਲਾਹਟ ਦੇ ਵਿੱਚ ਬੁਲਾਇਆ ਤਾਂ ਉਸ ਨੂੰ ਕਰਨਾ ਹੈ। ਔਰ ਇਸ ਕਾਰਜ ਦੇ ਵਿੱਚ ਅਸੀਂ ਬੁਲਾਹਟ ਦੇ ਜੋ ਸਾਨੂੰ ਦਾਨ ਦਿੱਤੇ ਗਏ ਆ, ਉਹਨਾਂ ਦਾਨਾਂ ਦਾ ਕਾਰਜ ਜਦੋਂ ਮਕਸਦ ਮੇਰੇ ਜੀਵਨ ਚ ਆਉਂਦਾ ਹੈ, ਔਰ ਇਸ ਦਾ ਮਕਸਦ ਹੈ ਕਲੀਸਿਆ ਦਾ ਉੱਨਤ ਹੋਣਾ। ਜਦ ਤੱਕ ਮਸੀਹ ਇਸ ਦੁਨੀਆ ਦੇ ਵਿੱਚ ਨਹੀਂ ਆ ਜਾਂਦਾ। ਮਸੀਹ ਦਾ ਦੁਨੀਆ ਦੇ ਵਿੱਚ ਆਉਣਾ ਉਦੋਂ ਹੈ ਜਦੋਂ ਅਸੀਂ ਇਸ ਸੰਦੇਸ਼ ਨੂੰ ਪੂਰੀ ਤਰ੍ਹਾਂ ਨਾਲ ਫੈਲਾ ਦੇਵਾਂਗੇ। ਕਿਹੜਾ ਸੰਦੇਸ਼? ਕਿ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ, ਜੋ ਪੌਲਸ ਨੇ ਕਿਹਾ, ਜਿਨ੍ਹਾਂ ਵਿੱਚੋਂ ਮਹਾਪਾਪੀ ਮੈਂ ਹਾਂ।
ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਕਾਹਦੇ ਲਈ ਆਇਆ? ਪਾਪੀਆਂ ਨੂੰ ਬਚਾਉਣ ਦੇ ਲਈ। ਔਰ ਪਾਪੀਆਂ ਨੂੰ ਬਚਾਉਣ ਦੇ ਲਈ ਉਸਨੇ ਇਸ ਧਰਤੀ ਦੇ ਉੱਤੇ ਪਵਿੱਤਰ ਜੀਵਨ ਬਤੀਤ ਕੀਤਾ ਮੇਰੇ ਲਈ। ਔਰ ਉਸਨੇ ਮੈਨੂੰ ਬਚਾਉਣ ਦੇ ਲਈ ਪਵਿੱਤਰ ਕਾਰਜ ਕੀਤਾ। ਕੀ ਕਾਰਜ ਕੀਤਾ? ਜੋ ਪਾਪ ਮੈਂ ਕੀਤੇ ਸੀ, ਜੋ ਗੁਨਾਹ ਮੈਂ ਕੀਤੇ ਸੀ, ਉਸ ਗੁਨਾਹ ਦਾ ਉਸਨੇ ਮੁੱਲ ਕਲਵਰੀ ਕਰੂਸ ਦੇ ਉੱਤੇ ਚੁਕਾਇਆ। ਉਹ ਮੇਰੇ ਪਾਪਾਂ ਦੇ ਲਈ ਕਲਵਰੀ ਕਰੂਸ ਦੇ ਉੱਤੇ ਚਾੜਿਆ ਗਿਆ। ਮੇਰੇ ਪਾਪਾਂ ਨੂੰ ਮਾਫ ਕਰਨ ਦੇ ਲਈ ਉਸ ਦਾ ਪਵਿੱਤਰ ਲਹੂ ਮੇਰੇ ਲਈ ਡੋਲਿਆ ਗਿਆ। ਔਰ ਉਹ ਉਸ ਪਾਪ ਦੇ ਕਰਜ਼ ਦੇ ਨਾਲ ਇਸ ਧਰਤੀ ਦੇ ਉੱਤੇ ਦਫਨ ਕੀਤਾ ਗਿਆ। ਔਰ ਫਿਰ ਤੀਸਰੇ ਦਿਹਾੜੇ ਮੈਨੂੰ ਨਵਾਂ ਜੀਵਨ ਦੇਣ ਦੇ ਲਈ ਜੀ ਉੱਠਿਆ ਕਿ ਮੈਂ ਉਸ ਪੈੜ ਦੇ ਉੱਤੇ ਤੁਰਾਂ। ਜਿਹੜੇ ਇਸ ਗੱਲ ਨੂੰ ਸਵੀਕਾਰ ਕਰ ਲੈਂਦੇ ਆ, ਕਲੀਸਿਆ ਦੇ ਵਿੱਚ ਮਿਲ ਜਾਂਦੇ ਆ। ਔਰ ਜਿਹੜੇ ਕਲੀਸਿਆ 'ਚ ਮਿਲ ਜਾਂਦੇ ਹੈ, ਉਹ ਕਲੀਸਿਆ ਦੀ ਆਤਮਿਕਤਾ ਦੇ ਵਿੱਚ ਵਧਦੇ ਆ। ਜਦੋਂ ਵਧਦੇ ਆ ਤਾਂ ਪਰਮੇਸ਼ਵਰ ਦੇ ਨਾਲ ਪ੍ਰਾਰਥਨਾ ਕਰਦੇ ਆ, ਪ੍ਰਭੂ ਮੈਨੂੰ ਆਪਣੇ ਰਾਜ ਵਿੱਚ ਅੱਗੇ ਵਧਾ। ਤਾਂ ਪਰਮੇਸ਼ਵਰ ਦਾ ਵਚਨ ਅਤੇ ਪ੍ਰਾਰਥਨਾ ਉਸ ਨੂੰ ਦੱਸਦੀ ਹੈ ਕਿ ਪਰਮੇਸ਼ਵਰ ਨੇ ਤੁਹਾਨੂੰ ਕਿਸ ਸੇਵਾ ਦੇ ਲਈ ਸੱਦਿਆ ਹੈ। ਮੈਂ ਆਪ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮਸੀਹ ਦੇ ਵਿਸ਼ਵਾਸੀ ਸਿੱਧ ਹੋਣ, ਔਰ ਇਸ ਸਿੱਧਤਾ ਦੇ ਲਈ ਉਸਨੇ ਇੱਕ ਸੇਵਕਾਈ ਹਰ ਇੱਕ ਵਿਸ਼ਵਾਸੀ ਨੂੰ ਦਿੱਤੀ ਹੋਈ ਹੈ। ਹਰ ਇੱਕ ਵਿਸ਼ਵਾਸੀ ਨੂੰ। ਕੋਈ ਵੀ ਵਿਸ਼ਵਾਸੀ ਇਸ ਤੋਂ ਇਹ ਨਾ ਸਮਝੇ ਕਿ ਮੈਂ ਖਾਲੀ ਹਾਂ। ਔਰ ਮਸੀਹ ਦੀ ਦੇਹ ਉਸ ਦੇ ਵਿੱਚ ਉਸਰਦੀ ਜਾਂਦੀ ਹੈ ਅਤੇ ਉਸਰਨ ਦਾ ਕੰਮ ਪਹਿਲਾ ਜੋ ਪਰਮੇਸ਼ਵਰ ਨੇ ਬੁਲਾਹਟ ਦੇ ਵਿੱਚ ਮੈਨੂੰ ਆਪਣਾ ਦਾਨ ਦਿੱਤਾ ਹੈ, ਉਹ ਮੇਰੇ ਵਿੱਚ ਸਿੱਧ ਹੋਣਾ ਚਾਹੀਦਾ ਹੈ। ਦੂਸਰਾ, ਜਿਹੜੇ ਵਿਸ਼ਵਾਸੀ ਸੇਵਾ ਕਰਦੇ ਹੈ, ਉਹ ਇਸ ਲਈ ਕਰਦੇ ਆ ਕਿ ਅਸੀਂ ਮਸੀਹ ਦੇ ਵਿੱਚ ਮਸੀਹ ਦੀ ਬੁਲਾਹਟ ਦੇ ਨਾਲ ਉਸ ਦੇ ਨਾਲ ਪਾਇਆ ਜਾਣਾ। ਤੀਸਰਾ, ਕਿ ਉਹਨਾਂ ਦੇ ਕਲੀਸਿਆ ਦੀ ਉਸਾਰੀ ਦਾ ਉਹ ਕਾਰਨ ਬਣ। ਕਿਹਦੇ? ਵਿਸ਼ਵਾਸੀ। ਹੁਣ ਜਿਹੜੀ ਸੇਵਕਾਈ ਮੇਰੇ ਜੀਵਨ ਦੇ ਵਿੱਚ ਹੈ, ਇਹ ਪਰਮੇਸ਼ਵਰ ਦੀ ਸਿਖਲਾਈ ਦੇ ਨਾਲ ਮਨੁੱਖਾਂ ਤੱਕ ਹੀ ਸੀਮਤ ਇੱਕ ਖਾਸ ਪੇਸ਼ਾ ਹੈ। ਔਰ ਮੈਂ ਸਮਝਦਾ ਹਾਂ ਕਿ ਇਸ ਵਿੱਚ ਹਰ ਕਿਸਮ ਦੀ ਆਤਮਿਕ ਸੇਵਾ ਹੈ। ਹਰ ਕਿਸਮ ਦੀ ਆਤਮਿਕ ਸੇਵਾ ਹੈ। ਅਤੇ ਜੋ ਇਹ ਆਇਤ ਮੈਨੂੰ ਸਿਖਾਉਂਦੀ ਹੈ ਕਿ ਉਹ ਇਹ ਹੈ ਕਿ ਹਰੇਕ ਵਿਸ਼ਵਾਸੀ ਨੂੰ ਸੇਵਕਾਈ ਵਿੱਚ ਹੋਣਾ ਚਾਹੀਦਾ ਹੈ। ਇਹ ਉਹਨਾਂ ਨੂੰ ਇੱਕ ਮਿਸ਼ਨ ਦਿੱਤਾ ਗਿਆ ਹੈ। ਹਰ ਇੱਕ ਵਿਸ਼ਵਾਸੀ ਨੂੰ ਸੇਵਕਾਈ ਵਿੱਚ ਹੋਣਾ ਚਾਹੀਦਾ ਹੈ। ਕਲੀਸਿਆ ਦੇ ਵਿੱਚ ਬਹੁਤ ਸਾਰੀਆਂ ਸੇਵਕਾਈਆਂ, ਔਰ ਇਸ ਧਰਤੀ ਦੇ ਵਿੱਚ ਬਹੁਤ ਸਾਰੇ ਮਿਸ਼ਨਰੀ ਇਸ ਧਰਤੀ ਦੇ ਵਿੱਚ ਆ ਕੇ ਉਹਨਾਂ ਨੇ ਕੰਮ ਕੀਤਾ। ਕਲੀਸਿਆ ਦੇ ਵਿੱਚੋਂ ਨਿਕਲ ਕੇ ਕੀਤਾ, ਇੱਕ ਸਧਾਰਨ ਵਿਸ਼ਵਾਸੀ ਬਣ ਕੇ ਕੀਤਾ, ਔਰ ਉਹਨਾਂ ਦੇ ਬੜੇ ਬੜੇ ਨਾਮ ਹੋ ਗਏ। ਬੜੇ ਬੜੇ ਨਾਮ। ਦਾਨ ਪ੍ਰਭੂ ਦੇ ਵਿੱਚ ਸੇਵਾ ਦੇ ਲਈ ਸਾਰੇ ਮਸੀਹਾਂ ਨੂੰ ਸਿੱਧ ਜਾਂ ਤਿਆਰ ਕਰਨ ਦੇ ਲਈ ਦਿੱਤੇ ਜਾਂਦੇ ਆ ਬੁਲਾਹਟ ਦੇ ਵਿੱਚ। ਅਤੇ ਇਸ ਤਰ੍ਹਾਂ ਮਸੀਹ ਦੀ ਦੇਹ ਉਸਰਦੀ ਜਾਂਦੀ ਹੈ। ਔਰ ਇਹ ਈਸ਼ਵਰੀਏ ਦਾਨ ਪਾਏ ਮਨੁੱਖਾਂ ਨੂੰ ਇੱਕ ਇਸ ਢੰਗ ਦੇ ਨਾਲ ਸੇਵਾ ਨਹੀਂ ਕਰਨੀ ਚਾਹੀਦੀ ਹੈ ਕਿ ਇਹ ਤਾਂ ਉਹਦਾ ਕੰਮ ਹੈ, ਮੇਰਾ ਕੰਮ ਹੈ ਨਹੀਂ। ਕਈ ਬੰਦੇ ਆਪਣਾ ਕਹਿੰਦੇ ਆ, ਲੈ ਜੀ ਪ੍ਰਚਾਰਕ ਜਿਹੜਾ ਆ ਉਹੀ ਪ੍ਰਚਾਰ ਕਰੂਗਾ, ਬਾਕੀ ਕਰੂਗੇ। ਮੈਨੂੰ ਯਾਦ ਆਉਂਦਾ ਹੈ ਜਦੋਂ ਪਰਮੇਸ਼ਵਰ ਦੇ ਤੰਬੂ ਦੇ ਕੋਲ ਪਰਮੇਸ਼ਵਰ ਦੇ 70 ਮਨੁੱਖਾਂ ਦਾ ਚੁਣਾਵ ਹੋਣਾ ਸੀ, ਤਦ ਪਰਮੇਸ਼ਵਰ ਨੇ ਕਿਹਾ ਸੀ ਮੂਸਾ ਨੂੰ ਕਿ ਆਪਣੇ ਤੰਬੂ ਦੇ ਬਾਹਰ ਉਸ ਜਗ੍ਹਾ ਦੇ ਉੱਤੇ ਉਹਨਾਂ ਮਨੁੱਖਾਂ ਨੂੰ ਇੱਥੇ ਲਿਆਈ, 70 ਬਜ਼ੁਰਗਾਂ ਨੂੰ। ਜਦੋਂ ਆ ਗਏ ਤਾਂ ਤੰਬੂ ਦੇ ਵਿੱਚ ਇੱਕ ਵਿਅਕਤੀ ਉਸ ਜਗ੍ਹਾ ਦੇ ਉੱਤੇ ਪਰਮੇਸ਼ਵਰ ਦੀ ਆਤਮਾ ਦੇ ਵਿੱਚ ਭਵਿੱਖਬਾਣੀ ਕਰਦਾ ਹੋਇਆ ਪਾਇਆ ਗਿਆ। ਤਾਂ ਯਹੋਸ਼ੂ ਨੇ ਦੌੜ ਕੇ ਕਿਹਾ ਕਿ ਉੱਥੇ ਉਹ ਕਰ ਰਿਹਾ, ਉਹਨੂੰ ਰੋਕ। ਤਾਂ ਮੂਸਾ ਨੇ ਕਿਹਾ, ਤੂੰ ਰੋਕਣ ਨੂੰ ਕਿਉਂ ਕਹਿੰਦਾ? ਮੈਂ ਤਾਂ ਕਹਿੰਦਾ ਸਾਰੇ ਮਨੁੱਖਾਂ ਦੇ ਵਿੱਚ ਇਹ ਗੱਲ ਆ ਜਾਏ। ਕਿਉਂ? ਕਿ ਸਾਰੇ ਮਨੁੱਖ ਸਿੱਧ ਹੋ ਜਾਣ। ਇਸ ਲਈ ਸੇਵਕਾਈ ਦਾ ਦਾਨ ਕੱਲਾ ਇੱਕ ਪ੍ਰਚਾਰਕ ਦੇ ਕੋਲ ਨਹੀਂ ਹੁੰਦਾ, ਐਲਡਰਾਂ ਦੇ ਕੋਲ ਨਹੀਂ ਹੁੰਦਾ। ਕਲੀਸਿਆ ਦੇ ਵਿੱਚ ਪ੍ਰਭੂ
ਆਪਣੇ ਲੋਕਾਂ ਨੂੰ ਵੱਖ-ਵੱਖ ਦਾਨਾਂ ਦੇ ਨਾਲ ਤਿਆਰ ਕਰਦਾ ਹੈ। ਇਸ ਗੱਲ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਸਮਝ ਕੇ ਚੱਲਣਾ ਹੈ। ਮੰਨ ਲਓ ਕਿ ਕੇਂਦਰ ਵਿੱਚ ਇੱਕ ਦਿੱਤਾ ਗਿਆ ਗੋਲ ਚੱਕਰ ਹੈ, ਗੋਲ ਧਾਰਾ ਹੈ, ਔਰ ਇਸ ਇੱਕ ਉਸਤਾਦ ਦੇ ਦਾਨ ਦਾ ਵਰਣਨ ਕਰਦਾ ਹੈ ਅਤੇ ਉਸ ਦੇ ਦੁਆਲੇ ਗੋਲ ਚੱਕਰ ਉਹਨਾਂ ਨੂੰ ਸੇਵਕਾਈ ਕਰਦਾ ਹੈ। ਜੋ ਸਿੱਧ ਹੋ ਜਾਣ ਅਰਥਾਤ ਵਿਸ਼ਵਾਸ ਦੇ ਵਿੱਚ ਉਸਰ ਜਾਣ, ਉਹਨਾਂ ਨੂੰ ਅਸੀਂ ਅੱਡ ਕਰ ਦਿੰਦੇ ਹਾਂ, ਉਹਨਾਂ ਨੂੰ ਅਲੱਗ ਸੇਵਾ ਦਿੰਦੇ ਹਾਂ। ਇਸ ਲਈ ਸੇਵਕਾਈ ਦੇ ਵਿੱਚ ਕਲੀਸਿਆ ਜਿਹੜੀ ਹੈ ਉਹ ਸਭ ਤੋਂ ਵੱਡਾ ਇੱਕ ਕੇਂਦਰ ਬਣਦੀ ਹੈ, ਔਰ ਉਸ ਕੇਂਦਰ ਦੇ ਲਈ ਮੈਨੂੰ ਪਰਮੇਸ਼ਰ ਦੀ ਕਲੀਸਿਆ ਦੇ ਲਈ ਗੰਭੀਰ ਹੋਣਾ ਚਾਹੀਦਾ ਹੈ। ਮਸੀਹ ਸੇਵਾ ਦੀ ਸੀਮਾ ਇੱਕ ਮਨੁੱਖਾਂ ਦੀ ਚੁਣੀ ਹੋਈ ਸ਼੍ਰੇਣੀ ਤੱਕ ਹੀ ਨਿਰਭਰ ਨਹੀਂ ਕਰਦਾ। ਉਹ ਪਰਮੇਸ਼ਰ ਦੇ ਲੋਕਾਂ ਨੂੰ ਪਰਮੇਸ਼ਰ ਦੇ ਵਚਨ ਦੇ ਨਾਲ ਭਰਪੂਰ ਕਰਕੇ ਉਹਨਾਂ ਨੂੰ ਉਸਾਰੀ ਦੇ ਨਾਲ ਅੱਗੇ ਭੇਜਣ ਦੇ ਵਿੱਚ ਬਣਦਾ। ਇਸ ਕਲੀਸਿਆ ਦੇ ਵਿੱਚ ਜਿੱਥੇ ਮੈਂ ਹਾਂ ਉੱਥੇ ਵੀ ਸੇਵਕ ਦੇ ਵਿੱਚ ਵਿਅਕਤੀ ਨਿਕਲੇ ਆ, ਵੱਖ-ਵੱਖ ਸੇਵਾ ਦੇ ਵਿੱਚ ਗਏ ਆ। ਕਿੱਦਾਂ ਗਏ? ਕਿਉਂਕਿ ਕਲੀਸਿਆ ਦੇ ਵਿੱਚ ਤਿਆਰ ਕੀਤਾ ਗਿਆ। ਕਲੀਸਿਆ ਨੂੰ ਇਹ ਲੱਗਾ ਕਿ ਇਹ ਵਿਅਕਤੀ ਪਰਮੇਸ਼ਰ ਦੀ ਸੇਵਾ ਦੇ ਲਈ ਹੈ, ਇਹਨਾਂ ਦਾ ਜੀਵਨ ਪਰਮੇਸ਼ਰ ਦੀ ਸੇਵਾ ਦੇ ਲਈ ਹੈ, ਤੇ ਉਹਨਾਂ ਨੂੰ ਪਰਮੇਸ਼ਰ ਦੀ ਸੇਵਾ ਤੇ ਅੱਡ ਕਰਕੇ ਉਹਨਾਂ ਨੂੰ ਘੱਲਿਆ ਗਿਆ ਪ੍ਰਾਰਥਨਾ ਸਹਿਤ। ਜੇ ਅਸੀਂ ਇਹ ਕਾਰਜ ਕਰਦੇ ਹਾਂ ਬੁਲਾਹਟ ਦੇ ਵਿੱਚ, ਤਾਂ ਮੇਰੀ ਬੁਲਾਹਟ ਸੱਚੀ ਹੈ ਔਰ ਮੈਂ ਉਸ ਦੇ ਵਿੱਚ ਪਰਮੇਸ਼ਰ ਦੇ ਰਾਜ ਦਾ ਸਹਿਕਰਮੀ ਬਣ ਕੇ ਉਦੋਂ ਤੱਕ ਲੱਗਾ ਰਹਾਂਗਾ ਜਦ ਤੱਕ ਮਸੀਹ ਆ ਨਹੀਂ ਜਾਂਦਾ। ਇਸ ਲਈ ਪਿਆਰੋ, ਆਪਣੀ ਬੁਲਾਹਟ ਨੂੰ ਪਛਾਣੋ ਤਾਂ ਕਿ ਉਸ ਬੁਲਾਹਟ ਦੇ ਵਿੱਚ ਅਸੀਂ ਆਪਣੇ ਪਾਏ ਹੋਏ ਦਾਨ ਦੇ ਅਨੁਸਾਰ ਕਲੀਸਿਆ ਦੀ ਉન્નਤੀ ਦਾ ਕਾਰਨ ਬਣੀਏ, ਜਿਸ ਦੇ ਵਿੱਚ ਪਰਮੇਸ਼ਰ ਦੀ ਮਹਿਮਾ, ਪਰਮੇਸ਼ਰ ਦੀ ਵਡਿਆਈ ਹੋਵੇ ਅਤੇ ਪਰਮੇਸ਼ਰ ਦਾ ਪ੍ਰਤੀਫਲ ਜਿਸ ਕਾਰਜ ਦੇ ਲਈ ਉਸਨੇ ਮੈਨੂੰ ਚੁਣਿਆ, ਅਸੀਂ ਆਪਣੇ ਜੀਵਨ ਵਿੱਚ ਵੇਖ ਕੇ ਪਰਮੇਸ਼ਰ ਦੇ ਨਾਂ ਦੀ ਮਹਿਮਾ ਕਰੀਏ, ਵਡਿਆਈ ਕਰੀਏ। ਅਜਿਹਾ ਹੋਣ ਦੇ ਲਈ ਪਰਮੇਸ਼ਰ ਮੇਰੀ ਅਤੇ ਆਪ ਦੀ ਮਦਦ ਕਰੇ। ਅਸੀਂ ਕੱਲ ਇੱਕ ਹੋਰ ਨਵੇਂ ਵਿਸ਼ੇ ਦੇ ਨਾਲ ਆਪ ਨੂੰ ਮਿਲਾਂਗੇ। ਜੈ ਮਸੀਹ ਦੀ। ਮਾਰਾਨਾਥਾ।